तो उन्होंने मूँहों ये गल निकल गई कि चलो कोई पहले जो गलती हुई है अब थोड़ी ना होगी। कहने का भाव सरकार किते ना किते मंदी है भी गलत होया है। 26 ਨੂੰ ਉਹ ਲੋਕ ਗਏ ਸਨ ਜਿਹੜੇ 26 ਆਏ 26 ਲਈ ਸਨ ਤੇ ਕੋਈ ਘਟਿਆ ਨਹੀਂ ਅੰਦੋਲਨ ਤਾਂ ਉੱਥੇ ਦਾ ਉੱਥੇ ਅੱਗੇ ਨੂੰ ਵਧਿਆ, ਸਗੋਂ ਹਰਿਆਣਾ ਬਹੁਤ ਨਿਕਲ ਕੇ ਆ ਗਿਆ। ਦੇਖੋ ਆਪਾਂ ਇਸ ਗੱਲ ਨੂੰ ਆਏ ਆ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ ਨੇ, MSP ਜਿਹੜੀ ਉੱਤੇ ਲਿਖਤ ਗਰੰਟੀ ਲੈਣੀ ਹੈ। ਇੱਥੇ ਕੋਈ ਰਾਜਨੀਤਿਕ ਮੰਸ਼ਾ ਨਹੀਂ ਹੈ ਤੇ ਇਸ ਕਰਕੇ ਆਪਾਂ ਉਹ ਗੱਲ ਨਾ ਕਰੀਏ, ਜਿਹੜੇ ਕੰਮ ਨੂੰ ਆਏ ਉਹਨੂੰ ਪੂਰਾ ਕਰੀਏ। ਹੁਣ ਅਸੀਂ ਤਾਂ ਚੱਲ ਕੇ ਦਿੱਲੀ ਦੇ ਬਾਰਡਰ ਤੇ ਆ ਕੇ ਬੈਠੇ ਆ, ਹੁਣ ਉਹਨੇ ਦਰਵਾਜ਼ੇ ਖੋਲਣੇ ਆ, ਉਹਨੇ ਆਵਾਜ਼ ਮਾਰਨੀ ਆ ਵੀ ਆ ਜਾਓ ਭਾਈ। ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨ ਜਿਨ੍ਹਾਂ ਦਾ ਵਿਰੋਧ ਬੜੇ ਲੰਮੇ ਟਾਈਮ ਤੋਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਦਿੱਲੀ ਦੀਆਂ ਸਰਹੱਦਾਂ ਤੇ ਤਕਰੀਬਨ 90 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ, ਕਿਸਾਨ ਸਰਹੱਦਾਂ ਤੇ ਡਟੇ ਹੋਏ ਨੇ, ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਬਿਆਨਬਾਜ਼ੀਆਂ ਹੁੰਦੀਆਂ ਨੇ। ਸਾਡੇ ਨਾਲ ਅੱਜ ਮਨਜੀਤ ਸਿੰਘ ਰਾਏ ਨੇ, BKU ਦੁਆਬਾ ਦੇ ਪ੍ਰਧਾਨ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਕਿਸ ਤਰ੍ਹਾਂ ਦੇਖਦੇ ਨੇ ਅੱਜ ਇਜਲਾਸ ਵੀ ਪੇਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ, ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ? ਹਾਂਜੀ, ਸਵਾਗਤ ਹੈ ਜੀ। ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਧੰਨਵਾਦੀ ਹਾਂ ਜੀ। ਕਿਸ ਤਰ੍ਹਾਂ ਲੱਗ ਰਿਹਾ ਜੀ ਅੰਦੋਲਨ ਚੱਲ ਰਿਹਾ ਏ? ਕੀ ਲੱਗ ਰਿਹਾ ਏ, ਕਿੱਦਾਂ ਦੀਆਂ ਗਤੀਵਿਧੀਆਂ ਨੇ ਸਰਕਾਰ ਦੀਆਂ ਅੰਦੋਲਨ ਨੂੰ ਦੇਖ ਕੇ? ਕੀ ਮਨ ਚ ਆ ਰਹੇ ਨੇ ਵਿਚਾਰ? ਦੇਖੋ ਸਰਕਾਰ ਜਿਹੜੀ ਆ ਬੜੀ ਢੀਠ ਹੋਈ ਬੈਠੀ ਹੈ, ਜਿੱਦੀ ਸੁਭਾਅ ਆ, ਜਿੱਦ ਪਕੜ ਕੇ ਬੈਠੇ ਆ। ਕਿਤੇ ਨਾ ਕਿਤੇ ਉਹ ਆਪਣੀ ਈਗੋ ਲੈ ਕੇ ਬੈਠੇ ਨੇ, ਕਿਉਂਕਿ ਇਹ ਤਾਂ ਮੰਨਦੇ ਨੇ ਅੰਦਰ ਗਤੀ। ਕਿਉਂਕਿ ਜਦੋਂ ਸਾਡੀ ਗੱਲ ਹੋਈ ਸੀਗੀ ਪਹਿਲਾਂ ਨਰਿੰਦਰ ਤੋਮਰ ਜੀ ਨਾਲ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਇਹ 'ਚ ਦੱਸੋ ਕੀ ਨੁਕਸ਼ਾ ਸੀ। ਪਹਿਲਾਂ ਕਹਿੰਦੇ ਸੀ ਵੀ ਬਹਿਸ ਨਹੀਂ ਕਰਨੀ, ਜਦੋਂ ਕਹਿੰਦੇ ਵੀ ਤੁਸੀਂ ਬਹਿਸ ਨਹੀਂ ਕਰਦੇ, ਜਦੋਂ ਬਹਿਸ ਕੀਤੀ ਉਹ 'ਚ ਉਹਨੇ ਪੁਆਇੰਟ ਲੈ 8-9, ਉਹ ਪ੍ਰਪੋਜ਼ਲ ਭੇਜਤੀ ਵੀ ਇਹ 'ਚ ਸੋਧਾਂ ਕਰ ਦਿੰਦੇ ਆ। ਫਿਰ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ, ਅਮਿਤ ਸ਼ਾਹ ਜੀ ਨਾਲ ਜਿਹੜੀ ਮੀਟਿੰਗ ਹੋਈ ਆ, ਅਮਿਤ ਸ਼ਾਹ ਜੀ ਨੇ ਉਸ ਦਿਨ ਇੱਕ ਗੱਲ ਆਪਣੇ ਉਹਨਾਂ ਦੀ ਜ਼ੁਬਾਨੋਂ ਨਿਕਲ ਗਈ ਵੀ ਜਦੋਂ ਉਹ ਕਹਿੰਦੇ ਸੀ ਚਰਚਾ ਕਰੋ, ਅਸੀਂ ਕਿਹਾ ਚਰਚਾ ਤਾਂ ਤੁਹਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਕਿਸਾਨਾਂ ਨਾਲ। ਤੇ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ ਕਿ ਚਲੋ ਕੋਈ ਪਹਿਲੇ ਜੋ ਗਲਤੀ ਹੋਈ ਹੈ ਅਬ ਥੋੜੀ ਨਾ ਹੋਗੀ। ਕਹਿਣ ਦਾ ਭਾਵ ਸਰਕਾਰ ਕਿਤੇ ਨਾ ਕਿਤੇ ਮੰਨਦੀ ਹੈ ਵੀ ਗਲਤ ਹੋਇਆ ਹੈ, ਪਰ ਹੁਣ ਉਹ ਕਿਤੇ ਨਾ ਕਿਤੇ ਜਿਹੜਾ ਨਰਿੰਦਰ ਮੋਦੀ ਹੈ ਤਾਂ ਮੁਮਕਿਨ ਵਾਲੀ ਗੱਲ, ਜਿਹੜੀ 56 ਇੰਚ ਦੀ ਛਾਤੀ ਵਾਲੀ ਗੱਲ, ਉਹ ਲੈ ਕੇ ਬੈਠੀ ਇਹਨਾਂ ਨੂੰ। ਉਹ ਆਪਣੀ ਜਿੱਦ ਤੇ ਬੈਠੇ ਨੇ, ਅੜ ਕੇ ਬੈਠੇ ਨੇ, ਜਿੱਦੀ ਸੁਭਾਅ ਹੈ। ਕਿਸਾਨ ਮਰਦਾ ਮਰ ਜਾਏ, ਆਮ ਲੋਕ ਮਰਦੇ ਮਰ ਜਾਣ, ਪਰ ਉਹਨਾਂ ਨੂੰ ਆਪਣੀ ਜਿੱਦ ਪਗਾਉਣੀ ਹੈ। ਇੱਥੇ ਇੱਕ ਗੱਲ ਅੜੀ ਹੋਈ ਹੈ, ਨਹੀਂ ਤਾਂ ਸਰਕਾਰ ਇਹ ਤਾਂ ਗੱਲ ਸਮਝਦੀ ਹੈ ਕਿ ਅਸੀਂ ਸੰਵਿਧਾਨਿਕ ਤੌਰ ਤੇ ਵੀ ਗਲਤ ਕੀਤਾ ਹੈ ਜੀ। ਕੀ ਲੱਗ ਰਿਹਾ 26 ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਸਖਤ ਜਿਹੜੀ ਹੈਗੀ ਪਲੈਨਿੰਗ ਉਹ ਨਹੀਂ ਬਣਾਈ ਜਾ ਰਹੀ ਸਰਕਾਰ ਨੂੰ ਹਿਲਾਉਣ ਲਈ? ਜਾਂ ਜਿਹੜੀ ਪ੍ਰੈਸ ਕਾਨਫਰੰਸ ਸੀ ਉਹ ਦੂਜੇ ਤੀਜੇ ਦਿਨ ਪ੍ਰੈਸ ਕਾਨਫਰੰਸ ਹੁੰਦੀ ਸੀਗੀ, ਮੀਟਿੰਗਾਂ ਹੁੰਦੀਆਂ ਸੀਗੀਆਂ, ਉਹ ਨਹੀਂ ਹੋ ਰਹੀਆਂ? ਕੀ ਗੱਲ ਆ, ਕਿਸਾਨ ਜਥੇਬੰਦੀਆਂ ਦੇ ਮਨ 'ਚ ਕੋਈ ਡਰ ਆ? ਕੀ ਲੱਗ ਰਿਹਾ? ਨਹੀਂ, ਇਹ ਕੁਦਰਤ ਦਾ ਗੇੜ ਹੁੰਦਾ ਵੀ ਸਿਸਟਮ ਹੁੰਦਾ, ਅੰਦੋਲਨ ਦਾ ਤਰੀਕਾ ਹੁੰਦਾ। ਆਪਾਂ ਪੰਜਾਬ ਤੋਂ ਚੱਲੇ ਸੀ ਪਹਿਲਾਂ, 2-3 ਬੰਦ ਦੇ ਸੱਦੇ ਦਿੱਤੇ, ਫਿਰ ਉਸ ਤੋਂ ਬਾਅਦ ਰੇਲਵੇ ਟਰੈਕ ਰੋਕੇ, ਤੇ ਉਹ ਇਹ ਤਰੀਕਾ ਸੀਗਾ ਵੀ ਹੌਲੀ 4 ਮਹੀਨੇ ਬਾਅਦ ਆਪਾਂ ਇੱਥੇ ਦਿੱਲੀ ਪਹੁੰਚੇ। ਤੇ ਉਹ ਜਿਹੜਾ 4 ਮਹੀਨੇ ਦਾ ਪੀਰੀਅਡ ਸੀ ਉਹ ਲੋਕਾਂ ਨੂੰ ਉਸ ਗੱਲ ਤੇ ਟਿਕਾਇਆ, ਮਨਾਇਆ। ਹੁਣ ਉਹ 26 ਨੂੰ ਥੋੜ੍ਹਾ ਜਿਹਾ ਸਿਸਟਮ ਸਾਡਾ ਹਿੱਲ ਗਿਆ ਸੀ, ਔਰ ਉਹ ਹਿੱਲਣ ਦੇ ਕਰਕੇ ਸਾਡਾ ਇਹ ਮਨ ਸੀ ਵੀ ਅਸੀਂ ਇਹਨੂੰ ਪਹਿਲਾਂ ਟਿਕਾਈਏ। ਮਹੀਨਾ ਖੰਡ ਉਹ ਕੋਈ ਨਹੀਂ, ਸਲੋ ਵੀ ਚੱਲ ਜੂ, ਕਿਉਂਕਿ ਲੰਬਾ ਚੱਲ ਜੂ ਕੋਈ ਗੱਲ ਨਹੀਂ, ਪਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ, ਨਾ ਆਪਣਾ ਕਰਾਉਣਾ ਤੇ ਨਾ ਕਿਸੇ ਹੋਰ ਦਾ ਕਰਨਾ, ਨਾ ਅਸੀਂ ਕਿਸੇ ਦੀ ਭੰਨ ਤੋੜ ਕਰਨੀ। ਤੇ ਸਰਕਾਰ ਕੋਲੋਂ ਜਿੱਤ ਹਾਸਲ ਕਰਨੀ ਆ ਤੇ ਉਹ ਅੰਦੋਲਨ ਇਸੇ ਤਰ੍ਹਾਂ ਲੰਬੇ ਚੱਲ ਕੇ ਜਿੱਤ ਹਾਸਲ ਹੋਏਗੀ। ਸੋ ਇਹਦਾ ਤਰੀਕਾ ਸੀ ਇਹ ਵੀ ਹੁਣ ਤੱਕ ਸ਼ਾਂਤ ਰਹੇ। ਹੁਣ ਅੱਗੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੋਣਗੇ ਉਹ ਐਕਸ਼ਨ ਪ੍ਰੋਗਰਾਮ ਹੋਣਗੇ, ਉਹ ਥੋੜ੍ਹੇ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਦਿੱਤੇ ਜਾਣਗੇ। ਲੱਗਦਾ ਨਹੀਂ 26 ਤੋਂ ਬਾਅਦ ਜਿਹੜਾ ਅੰਦੋਲਨ ਸੀਗਾ ਉਹ ਬੈਕ ਗਿਆ, ਤੇ ਹੁਣ ਕੀ ਲੱਗ ਰਿਹਾ, ਕਿੱਦਾਂ ਅੰਦੋਲਨ ਲੱਗ ਰਿਹਾ ਅੱਜ ਦੇ ਟਾਈਮ? ਨਹੀਂ, ਬੈਕ ਨਹੀਂ ਗਿਆ। ਦਰਅਸਲ ਅਸਲ ਗੱਲ ਇਹ ਸੀ ਵੀ ਤੁਹਾਡਾ ਤਾਂ ਅਸੀਂ ਧੰਨਵਾਦ ਕਰਾਂਗੇ ਬਹੁਤ, ਜਿੰਨੇ ਸਾਡੇ ਲੋਕਲ ਚੈਨਲ ਨੇ, ਤੇ ਪਰ ਜਿਹੜਾ ਅਸਲ ਗੱਲ ਸੀ ਉਹ ਇਹ ਹਾਲਾਤ ਸਨ ਭਈ ਇਹਨਾਂ ਨੇ ਜਿਹੜੀ ਸਰਕਾਰ, ਖਾਸ ਕਰ ਚੈਨਲ ਵਿਕੇ ਹੋਏ ਆ ਸਰਕਾਰ ਦੇ, ਉਹ ਜਿਹੜੇ ਨੈਸ਼ਨਲ ਚੈਨਲ ਨੇ, ਉਹਨਾਂ ਨੇ ਇਸ ਗੱਲ ਦੀ ਗੱਲ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ 26 ਨੂੰ ਲੋਕ ਮੁੜ ਗਏ। 26 ਨੂੰ ਉਹ ਲੋਕ ਗਏ ਸਨ ਜਿਹੜੇ 26 ਆਏ 26 ਲਈ ਸਨ, ਤੇ ਕੋਈ ਘਟਿਆ ਨਹੀਂ ਅੰਦੋਲਨ ਤਾਂ ਉੱਥੇ ਦਾ ਉੱਥੇ ਅੱਗੇ ਨੂੰ ਵਧਿਆ, ਸਗੋਂ ਹਰਿਆਣਾ ਬਹੁਤ ਨਿਕਲ ਕੇ ਆ ਗਿਆ। ਤੁਸੀਂ ਚੈੱਕ ਕਰੋ, ਜਦੋਂ ਮੈਂ ਆਪਾਂ ਪਹਿਲੇ ਦਿਨ ਆਏ ਹਾਂ ਇੱਥੇ 25 ਨੂੰ ਘਰੋਂ ਚੱਲੇ ਸੀ, 25 ਦੀ ਰਾਤ ਫਤਿਹਗੜ੍ਹ ਸਾਹਿਬ ਰੁਕੇ, ਤੇ 26 ਪਾਣੀਪਤ, ਤੇ 27 ਨੂੰ ਸੁਬਾਹ ਇੱਥੇ ਆਏ ਆਪਾਂ ਸਾਰੇ। 27 ਤੋਂ ਲੈ ਕੇ ਜਿਹੜਾ ਪਿੱਛੇ ਨੂੰ ਸੀਗਾ ਰਸੋਈ ਢਾਬੇ ਦੇ ਨਜ਼ਦੀਕ, ਉੱਥੇ ਬਹੁਤ ਟਰਾਲੀਆਂ ਘੱਟ ਸਨ, ਹੁਣ ਬਹੁਤ ਜ਼ਿਆਦਾ ਨੇ। ਕਹਿਣ ਦਾ ਭਾਵ ਹੈ ਅੰਦੋਲਨ ਤਾਂ ਵਧਿਆ ਅੱਗੇ ਨੂੰ, ਸੰਖਿਆ ਟਰਾਲੀਆਂ ਦੀ ਵੀ ਵਧੀ ਹੈ, ਪਰ ਕਿਤੇ ਨਾ ਕਿਤੇ
ਇਹ ਜ਼ਰੂਰ ਹੋਇਆ ਕਿ 26 ਤੋਂ ਬਾਅਦ ਥੋੜਾ ਜਿਹਾ ਆਗੂ ਵੀ ਸਲੋ ਹੋ ਗਏ ਤੇ ਉਹ ਸਲੋ ਤਾਂ ਇਸ ਕਰਕੇ ਕੀਤਾ ਸੀ ਵੀ ਅੰਦੋਲਨ ਨੂੰ ਇਹਨੂੰ ਟਿਕਾ ਕੇ ਫਿਰ ਕੋਈ ਐਕਸ਼ਨ ਦਈਏ ਤਾਂ ਕਿ ਸਰਕਾਰ ਜਿਹੜੀ ਸ਼ਰਾਰਤ ਕਰਨਾ ਚਾਹੁੰਦੀ ਆ ਉਹ ਨਾ ਕਾਮਯਾਬ ਹੋਵੇ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸ਼ਾਂਤੀ ਵਾਲੇ ਬੰਦੇ ਨੇ, ਹੁਣ ਕੋਈ ਐਕਸ਼ਨ ਦਾ ਪ੍ਰੋਗਰਾਮ ਦੇਵਾਂਗੇ, ਜੇ ਕੋਈ ਖੱਪ ਕਰਾਊਗੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੋਗੀ, ਸਰਕਾਰ ਤੇ ਉਹ ਕਿੰਤੂ ਪਰੰਤੂ ਹੋਏਗੀ, ਉਹ ਸਾਡੇ ਤੇ ਨਹੀਂ ਹੋਏਗੀ। ਇਸ ਕਰਕੇ ਉਹ ਥੋੜਾ ਸਲੋ ਹੋਣ ਨਾਲ ਲੱਗਣ ਲੱਗ ਪਿਆ ਵੀ ਅੰਦੋਲਨ 26 ਨੂੰ ਪਿੱਛੇ ਚਲਾ ਗਿਆ। ਪਿੱਛੇ ਨਹੀਂ ਗਿਆ ਅੰਦੋਲਨ। ਪਹਿਲੀ ਗੱਲ, ਅੰਦੋਲਨ ਪਹਿਲੇ ਦਿਨ ਤੋਂ ਚੜ੍ਹਦੀ ਕਲਾ 'ਚ ਆ, 26 ਤੋਂ 27 ਨੂੰ ਮਾੜਾ ਮੋਟਾ ਜਿਹਾ ਹੋਇਆ, 28 ਨੂੰ ਫਿਰ ਚੜ੍ਹਦੀ ਕਲਾ 'ਚ ਹੋ ਗਿਆ ਸੀ। ਸੋ ਮਾਲਕ ਦੀ ਕਿਰਪਾ ਹੈ, ਉਸ ਵਾਹਿਗੁਰੂ ਦੀ, ਉਹ ਵਿੱਚ ਆਪ ਬੈਠਾ। ਔਰ ਇਹ ਕਹਾਂਗਾ ਕਿ ਅੰਦੋਲਨ ਦੇ ਉਤਸ਼ਾਹ ਬੜਾ ਲੋਕ, ਹੁਣ ਮੈਂ ਆਪਣੇ ਸਰਕਲਾਂ 'ਚ ਸਾਰਿਆਂ 'ਚ ਘੁੰਮਿਆ ਮੇਰੀ ਜਥੇਬੰਦੀ ਦੇ, ਉਹਨਾਂ ਨੂੰ ਪੁੱਛਿਆ ਵੀ ਕਣਕ ਦੀ ਵਾਢੀ ਦੇ ਕਿਤੇ ਇਦਾਂ ਤਾਂ ਨਹੀਂ ਹੋਊਗੇ ਵੀ ਆਪਾਂ ਪਿੱਛੇ ਨੂੰ ਮੁੜ ਜਾਵਾਂਗੇ ਵੀ ਕਣਕ ਦੀ ਵਾਢੀ ਨੂੰ। ਕਹਿੰਦੇ ਜੀ ਨਾ, ਅਸੀਂ ਟਰਾਲੀਆਂ ਵੀ ਹੋਰ ਉੱਥੇ ਨਗਰ 'ਚ ਤਿਆਰ ਕਰ ਲਈਆਂ, ਡਿਊਟੀਆਂ ਸਾਂਭ ਲਈਆਂ, ਅਸੀਂ ਜਿੰਨੇ ਬੰਦੇ ਇੱਥੇ ਪਹਿਲੇ ਦਿਨ ਤੋਂ ਹੈਗੇ ਆ ਇੰਨੇ ਬੰਦੇ ਸਾਡੇ ਮੌਜੂਦਾ ਰਹਿਣਗੇ। ਇਹ ਹੈਗਾ ਵੀ ਵਾਢੀ ਦੇ ਵਿੱਚ ਵਧਣਗੇ ਨਹੀਂ ਜ਼ਿਆਦਾ ਪਰ ਘਟਣਗੇ ਵੀ ਨਹੀਂ। ਇਸ ਕਰਕੇ ਟਰਾਲੀਆਂ ਦੀ ਲੋੜ ਪਊਗੀ ਵਾਢੀ ਦੇ ਵਿੱਚ, ਰੀਪਰ ਵੀ ਚਲਾਉਣੇ ਨੇ, ਕਣਕ ਵੀ ਵੱਢਣੀਆਂ। ਕੀ ਲੱਗਦਾ ਟਰੈਕਟਰ ਟਰਾਲੀਆਂ ਦੀ ਗਤੀ ਹੈ ਜਿਹੜੀ ਉਹ ਘਟੂਗੀ, ਇੱਥੇ ਗਿਣਤੀ ਹੈ ਜਿਹੜੀ? ਨਹੀਂ, ਉਹ ਅਸੀਂ ਇਸ ਤਰ੍ਹਾਂ ਕਰ ਲਿਆ, ਅਸੀਂ ਕਿਉਂਕਿ ਇੱਥੇ ਟਰੈਕਟਰ ਆਏ ਹੋਏ ਨੇ ਜਿਹੜੇ ਇੱਕ ਟਰਾਲੀ ਪਾ ਕੇ ਆਏ ਹੋਏ ਨੇ, ਅਸੀਂ ਉਹਨਾਂ ਨੂੰ ਇਹ ਗੱਲ ਆਖੀ ਹੈ ਕਿ ਜੇ ਤੁਹਾਡੇ ਕੋਈ ਮਗਰ ਜਾਣਾ ਮਜਬੂਰੀ ਹੈਗੀ ਕਿਸੇ ਦੀ ਵੀ ਰੀਪਰ ਚਲਾਉਣਾ, ਤੁਸੀਂ ਇਕੱਲੇ ਟਰੈਕਟਰ, ਟਰਾਲੀਆਂ ਤਾਂ ਜਿਹੜੀਆਂ ਇਹ ਰੀਪਰ ਵਾਲੀਆਂ ਹੈ ਨਹੀਂ, ਇਹ ਟਰਾਲੀਆਂ ਵੱਡੀਆਂ ਆਈਆਂ ਹੋਈਆਂ ਨੇ ਲਗਭਗ, ਵੀ ਤੁਸੀਂ ਟਰੈਕਟਰ ਛੱਡ ਕੇ ਲੈ ਜਾਓ। ਇੱਕ ਟਰੈਕਟਰ ਮਤਲਬ ਦੋ ਟਰਾਲੀਆਂ ਪਾ ਕੇ ਵੀ ਆ ਸਕਦੀਆਂ। ਤਾਂ ਉਹ ਟਰਾਲੀਆਂ ਦਾ ਐਡਜਸਟਮੈਂਟ ਆਪਾਂ ਕਰ ਲਾਂਗੇ, ਜੇ ਆਪਾਂ ਜਿੱਤਾਂਗੇ ਤਾਂ ਮੁੜਾਂਗੇ ਤਾਂ ਸਾਨੂੰ ਇਹ ਨਹੀਂ ਵੀ ਟਰੈਕਟਰ ਫਿਰ ਮੰਗਾਉਣੇ ਪੈਣਗੇ। ਤੇ ਇਹ ਆ ਵੀ ਕੋਈ ਜਿਹੜੇ ਜ਼ਿਆਦਾ ਜ਼ਰੂਰੀ ਲਾਜ਼ਮੀ ਨੇ ਉਹ ਟਰੈਕਟਰ ਤੁਸੀਂ ਲੈ ਜਾਵੋ। ਕਈ ਤਾਂ ਰੀਪਰ ਵਾਲਿਆਂ ਨੇ ਦੋ ਟਰੈਕਟਰ ਰੱਖੇ ਹੁੰਦੇ ਨੇ ਵੀ ਉਹ ਇੱਕ ਟਰਾਲੀ ਵਾਸਤੇ ਇੱਕ ਤੂੜੀ ਵਾਸਤੇ, ਤੇ ਉਹ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜਿੱਥੇ ਤੁਸੀਂ ਤੂੜੀ ਬਣਾਉਣ ਜਾਓਗੇ ਉਹਨਾਂ ਦਾ ਟਰੈਕਟਰ ਵੀ ਲੱਗ ਜੂ ਨਾਲ। ਇਸ ਕਰਕੇ ਤੁਸੀਂ ਆਪਣੀ ਐਡਜਸਟਮੈਂਟ ਇਸ ਢੰਗ ਦੀ ਕਰੋ ਵੀ ਇੱਕ ਟਰੈਕਟਰ ਛੱਡੋ ਤਾਂ ਇੱਕ ਲੈ ਜਾਓ। ਜੇ ਇੱਕ ਜਥੇਬੰਦੀ ਦੇ, ਇੱਕ ਸਰਕਲ ਦੇ ਜਾਂ ਇੱਕ ਇਕਾਈ ਦੇ ਇੱਥੇ 20 ਟਰੈਕਟਰ ਨੇ, 20 ਚੋਂ 10 ਚੱਲੇ ਵੀ ਜਾਣ ਤਾਂ 10 ਰਹਿਣ, ਪਰ ਟਰਾਲੀਆਂ ਨਾ ਜਾਣ, ਕਿਉਂਕਿ ਟਰਾਲੀਆਂ ਦੇ ਵਿੱਚ ਰਹਿਣ ਬਸੇਰੇ ਬਣਾਏ ਹੋਏ ਆ, ਲੋਕਾਂ ਨੇ ਟਰਾਲੀਆਂ ਦੇ ਵਿੱਚ ਸੌਣਾ, ਉਹ ਉਹਨਾਂ ਦੇ ਰਹਿਣ ਬਸੇਰੇ ਆ, ਉਹ ਨਹੀਂ ਹਿੱਲਣੇ ਚਾਹੀਦੇ। ਟਰੈਕਟਰ ਤਾਂ ਫਿਰ ਆ ਜਾਣਗੇ ਜਾ ਕੇ, ਕੋਈ ਗੱਲ ਨਹੀਂ। ਕੀ ਲੱਗ ਰਿਹਾ ਕਿਤੇ ਨਾ ਕਿਤੇ ਨੌਜਵਾਨਾਂ ਜਿਹੜਾ ਉਹ ਨਾਰਾਜ਼ ਚੱਲ ਰਿਹਾ ਹੈ? 26 ਨੂੰ ਨੌਜਵਾਨਾਂ ਦਾ ਡੇ ਮਨਾਉਣ ਦੀ ਕਾਲ ਦਿੱਤੀ ਗਈ ਸੀ, ਇੱਥੇ ਕਈ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਇੱਥੇ ਬੋਲਣ ਨਹੀਂ ਦਿੱਤਾ, ਆਪਣੇ ਜਿਹੜੇ ਜਥੇਬੰਦੀ ਨਾਲ ਸੰਬੰਧਿਤ ਨੌਜਵਾਨ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ, ਉਸ 'ਤੇ ਕੀ ਕਹੇਂਗੇ? ਕਈ ਨੌਜਵਾਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਇੱਥੇ। ਦਰਅਸਲ ਇਸ ਤਰ੍ਹਾਂ ਹੈਗਾ ਕਿ ਇੱਕ ਤਾਂ ਇਹ ਹੁੰਦਾ ਕਿ ਉਹ ਟਾਈਮ ਥੋੜਾ ਹੁੰਦਾ ਤੇ ਟਾਈਮ ਸਾਰਿਆਂ ਨੂੰ ਨਹੀਂ ਦਿੱਤਾ ਜਾਂਦਾ। ਪਹਿਲਾਂ ਤਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਵੀ ਆਪਾਂ ਇਸ ਟਾਈਮ ਪਿੱਛੇ, ਮੇਰੀ ਇੱਕ ਵਾਰੀ ਅੱਗੇ ਵੀ ਸਟੇਜ ਤੇ ਇਸੇ ਗੱਲ ਤੇ ਰੌਲਾ ਪੈ ਗਿਆ ਸੀ ਵੀ ਆਪਾਂ ਟਾਈਮ ਪਿੱਛੇ ਨਹੀਂ ਲੜਨਾ, ਆਪਾਂ ਅੰਦੋਲਨ ਲੜਨਾ ਆ, ਇਕੱਠੇ ਹੋ ਕੇ ਲੜਨਾ ਆ, ਇਕੱਠੇ ਹੋ ਕੇ ਲੜਨਾ, ਇਹ ਟਾਈਮ ਵਾਸਤੇ ਨਾ ਲੜੋ। ਮੈਂ ਹੁਣ ਤੁਸੀਂ ਵੇਖਿਆ ਹੋਊਗਾ ਅੱਜ 10 ਦਿਨ ਸਟੇਜ ਤੇ ਹਾਂ ਤੇ ਆਪਾਂ ਕੋਸ਼ਿਸ਼ ਕਰੀ ਦੀ ਆ ਵੀ ਹੋਰ ਬਾਕੀ ਬੁਲਾਰਿਆਂ ਨੂੰ ਟਾਈਮ ਮਿਲ ਜਾਏ, ਅਸੀਂ ਨਹੀਂ ਜ਼ਰੂਰੀ ਵੀ ਅਸੀਂ ਬੋਲੀ ਜਾਣਾ। ਪਰ ਕਈ ਵਾਰੀ ਕਿਸੇ ਜਥੇਬੰਦੀ ਦੇ ਵਿੱਚ ਬੰਦੇ ਹੁੰਦੇ ਵੀ ਇਸ ਤਰ੍ਹਾਂ ਦੇ ਕਰ ਜਾਂਦੇ ਆ, ਪਰ ਅਸੀਂ ਉਹਨਾਂ ਨੂੰ ਜਦੋਂ ਬੱਤੀਆਂ 'ਚ ਬੈਠੀ ਦਾ ਉਹਨਾਂ ਨੂੰ ਵਰਜੀ ਦਾ ਵੀ ਸਾਡੇ ਵਿੱਚ ਅਸੀਂ ਨੌਜਵਾਨਾਂ ਨੂੰ ਮੋਹਰੇ ਲੈ ਕੇ ਚੱਲਣਾ, ਲੜਾਈ ਨੌਜਵਾਨਾਂ ਦੀ ਹੈ। ਆਪਾਂ ਤਾਂ ਇਹ ਕਹਿ ਸਕਦੇ ਹਾਂ, ਚਲੋ ਮੈਂ ਤਾਂ ਹਾਲੇ ਨਹੀਂ ਆਪਣੇ ਆਪ ਨੂੰ ਕਹਿ ਸਕਦਾ ਕਿਉਂਕਿ ਮੇਰੀ 46 ਸਾਲ ਉਮਰ ਹੈ, 47 ਮੈਂ ਲੱਗਾ ਹੋਇਆ, ਪਰ ਸਾਡੇ 'ਚ ਤਾਂ ਬਜ਼ੁਰਗ 80 ਸਾਲ ਦੇ ਆ, ਉਹਨਾਂ ਦੀ ਥੋੜ੍ਹਾ ਲੜਾਈ ਹੈ। ਲੜਾਈ ਤਾਂ ਸਾਡੀ ਹੈ, ਜਾਂ ਸਾਤੋਂ ਜਿਹੜੇ ਸਾਡੇ ਗਾਂ ਬੱਚੇ ਆਉਣ ਵਾਲੇ ਉਹਨਾਂ ਦੀ ਲੜਾਈ ਹੈ, ਤੇ ਫਿਰ ਆਪਾਂ ਉਹਨਾਂ ਨੂੰ ਨਾਰਾਜ਼ ਕਿਵੇਂ ਕਰ ਸਕਦੇ ਹਾਂ? ਉਹ ਸਾਡੇ ਹੀ ਨੇ। ਨੌਜਵਾਨਾਂ ਨੂੰ ਹੁਣ ਵੀ ਮੈਂ ਸਟੇਜ ਤੋਂ ਕਿਹਾ ਵੀ ਜੇ ਕੋਈ ਬਜ਼ੁਰਗ ਆਗੂ ਕੋਈ ਗੱਲ ਕੌੜੀ ਕਹਿ ਵੀ ਦੇਵੇ, ਉਹ ਕੌੜੀ ਗੱਲ 'ਚ ਵੀ ਸਾਡਾ ਭਲਾ ਹੁੰਦਾ। ਕਹਿੰਦੇ ਹੁੰਦੇ ਨਾ ਮਾਪਿਆਂ ਦੀਆਂ ਗਾਲਾਂ ਘਿਓ ਦੀਆਂ ਨਾਲ, ਤੇ ਜੇ ਉਹ ਸਾਨੂੰ ਕਹਿੰਦੇ ਮਾਪਿਆਂ ਦਾ ਵਰਜਿਆ ਤੇ ਮੀਂਹ ਦਾ ਤਿਲਕਿਆ, ਕਦੇ ਗੁੱਸਾ ਨਾ ਕਰੋ। ਸੋ ਇਸ ਕਰਕੇ ਮੇਰੇ ਕੋਲ ਵਿੱਚ ਮੈਂ ਹੁਣ ਬੱਤੀਆਂ 'ਚ ਕਈ ਵਾਰੀ ਜਿਹੜੇ ਬੜੇ ਆਗੂ ਨੇ ਉਹ ਮੈਨੂੰ ਵਰਜ ਦਿੰਦੇ ਨੇ, ਤੇ ਮੈਂ ਉੱਥੇ ਇਹ ਥੋੜ੍ਹਾ ਕਹਿੰਦਾ ਵੀ ਮੈਂ ਤੁਹਾਡੇ ਬਰਾਬਰ ਦਾ ਆਗੂ ਹਾਂ। ਮੈਂ ਉਮਰ ਦੇ ਮੁਤਾਬਕ ਤਾਂ ਉਹਨਾਂ ਤੋਂ ਛੋਟਾ, ਤਜਰਬੇ ਮੁਤਾਬਕ ਤਾਂ ਉਹਨਾਂ ਨੂੰ ਛੋਟਾ। ਇਸ ਕਰਕੇ ਕੋਈ ਗੱਲ ਨਹੀਂ, ਇਹ ਆਪਣੇ ਆਪ ਨੂੰ ਆਪਾਂ ਉੱਦਾਂ ਢਾਲ ਲਈਏ, ਤੇ ਜੇ ਕਿਸੇ ਬੱਚੇ ਨੂੰ ਨਾ ਟਾਈਮ ਮਿਲਿਆ ਤਾਂ ਮਾਫੀ ਵੀ ਮੰਗਾਂਗੇ ਵੀ ਅੱਗੇ ਤੋਂ ਜੇ ਕੋਈ ਹੋਊਗਾ ਤਾਂ ਇਹ ਗੱਲ ਦਾ ਧਿਆਨ ਰੱਖਾਂਗੇ। ਨੌਜਵਾਨਾਂ ਦੀ ਲੜਾਈ ਆ, ਨੌਜਵਾਨਾਂ ਦੇ ਸਿਰ ਚੜ੍ਹ ਕੇ ਆਪਾਂ ਨੌਜਵਾਨਾਂ ਦੇ ਨਾਲ ਹੀ ਇੱਥੇ ਆਏ ਹਾਂ। ਇਹ ਨੌਜਵਾਨਾਂ ਨੇ ਪਹਿਲ ਖਿੱਚੀ ਹੈ, ਅਸੀਂ ਨੌਜਵਾਨਾਂ ਨੂੰ ਕਦੇ ਵੀ ਵਿਸਲਿਆ ਨਹੀਂ ਕਰ ਸਕਦੇ, ਉਹ ਸਾਡੇ ਹੀ ਨੇ। ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਵਿਧਾਨ ਸਭਾ ਦਾ ਸੈਸ਼ਨ ਇਜਲਾਸ ਆ ਜਿਹੜਾ ਸਟਾਰਟ ਹੋਇਆ ਪੰਜਾਬ 'ਚ, ਕੀ ਆਸਾਂ ਨੇ? ਕੈਪਟਨ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ, ਕਰਜ਼ਾ ਮਾਫੀ ਕਰੂੰਗਾ, ਖੇਤੀ ਸੈਕਟਰ 'ਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀਗੇ। ਕੀ ਲੱਗ ਰਿਹਾ ਲਾਸਟ ਇਜਲਾਸ ਆ, ਕੋਈ ਉਹ ਵਾਅਦਿਆਂ ਤੇ ਪੂਰਾ ਉਤਰੂ ਸਰਕਾਰ? ਵੇਖੋ, ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਆਮ ਆਦਮੀ ਹੈ, ਚਾਹੇ ਅਕਾਲੀ ਆ, ਇਹ ਕੋਈ ਘੱਟ ਨਹੀਂ। ਇਹ ਤਾਂ ਆਪਣੀਆਂ ਕੁਰਸੀਆਂ ਦਾ ਮੋਹ ਹੈ ਇਹਨਾਂ ਨੂੰ। ਇਹ ਕਹਿ ਦਿੰਦੇ ਨੇ ਗੱਲਾਂ ਬੜਬੜੀਆਂ ਕਹਿ ਦਿੰਦੇ ਨੇ, ਜਿੱਦਾਂ ਮੋਦੀ ਜੀ ਨੇ ਕਿਹਾ ਸੀ 15 ਤੁਹਾਡੇ ਖਾਤਿਆਂ 'ਚ ਆ ਜਾਊ, ਕਾਲਾ ਧਨ ਆ ਜਾਊ, ਸੰਪੂਰਨ ਕਰਜ਼ਾ ਮੁਕਤੀ ਰਾਹਤ ਵੇਲੇ ਆਵਾਂਗੇ। ਉਹ ਬਾਅਦ 'ਚ ਕਹਿੰਦਾ ਜੁਮਲੇ ਆ ਮੇਰੇ। ਇੱਦਾਂ ਹੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਫੜ ਕੇ ਹੱਥ ਦੇ ਵਿੱਚ, ਦੇਖੋ ਗੁਰਬਾਣੀ ਦਾ ਕਹਿ ਦਿਓ ਵੀ ਕਸਮ ਖਾਧੀ ਹੱਥ 'ਚ ਫੜ ਕੇ, ਇੱਕ ਤਰ੍ਹਾਂ ਦਾ ਨਿਰਾਦਰ ਹੈ ਗੁਰਬਾਣੀ ਦਾ, ਤੇ ਤੁਸੀਂ ਫਿਰ ਨਾ ਹੀ ਖਾਓ। ਜੇ ਤੁਸੀਂ ਨਹੀਂ ਪੂਰਾ ਕਰ ਸਕਦੇ ਕਸਮਾਂ ਤਾਂ ਨਾ ਖਾਓ।
ਤੇ ਗੁਰਬਾਣੀ ਨੂੰ ਮੋਹਰੇ ਰੱਖ ਕੇ ਤਾਂ ਨਾ ਖਾਓ। ਤੇ ਕਿਤੇ ਨਾ ਕਿਤੇ ਇਹ ਕੈਪਟਨ ਸਾਹਿਬ ਦੀ ਮੈਂ ਕਹੂੰਗਾ ਇਹ ਨਲਾਇਕੀ ਆ ਵੀ ਉਹ ਕਰਜ਼ਾ ਕਿਹਾ ਸੀ ਮੈਂ ਮਾਫ ਕਰਾਂਗਾ, ਚਾਹੇ ਉਹ ਤੁਹਾਡਾ ਸ਼ਾਹੂਕਾਰਾਂ ਦਾ ਹੋਵੇ, ਚਾਹੇ ਪ੍ਰਾਈਵੇਟ ਬੈਂਕਾਂ ਦਾ ਹੋਵੇ, ਚਾਹੇ ਸਰਕਾਰੀ ਬੈਂਕਾਂ ਦਾ ਹੋਵੇ, ਹੁਣ ਕਰ ਸਕੇ ਨਹੀਂ। ਫਿਰ ਭਾਈ ਜਿੰਨੀ ਕੁ ਚਾਦਰ ਉਨੇ ਕੇ ਪੈਰ ਪਸਾਰੋ ਨਾ, ਵੱਡੀ ਗੱਲ ਕਰੋ ਹੀ ਨਾ। ਤਾਂ ਲੋਕਾਂ ਨੂੰ ਕਹੋ ਵੀ ਭਾਈ ਤੁਸੀਂ ਵੋਟਾਂ ਦੇਣੀਆਂ ਤੇ ਸਾਡਾ ਕੰਮ ਚੰਗਾ ਲੱਗੂ ਦੇ ਦਿਓ, ਪਰ ਸਾਡੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ। ਤੇ ਉਹ ਅੱਜ ਵੀ ਕਹੀ ਜਾਂਦੇ ਨੇ। ਹੁਣ ਵੀ ਇੱਕ ਦਿਨ ਮੈਂ ਡਿਬੇਟ ਸੁਣ ਰਿਹਾ ਸੀ ਇਹਨਾਂ ਦੇ, ਇੱਕ ਕਾਂਗਰਸ ਜਿਹੜਾ ਵੱਤਾ ਬੋਲ ਰਿਹਾ ਸੀ ਇਹਨਾਂ ਦਾ, ਜਿਹੜੇ ਇਹਨਾਂ ਦੇ ਪ੍ਰਵਕਤਾ ਰੱਖੇ ਹੁੰਦੇ ਬੋਲਣ ਲਈ, ਉਹ ਬੋਲ ਰਿਹਾ ਸੀ, ਕਹਿੰਦਾ ਜੀ ਹੋ ਸਕਦਾ ਅਗਲੀ ਵਾਰੀ 2.5 ਕਿੱਲਿਆਂ ਤੋਂ ਉੱਪਰ ਵਾਲਿਆਂ ਦਾ ਵੀ ਮਾਫ ਹੋ ਜਾਵੇ। ਜਦੋਂ ਤੁਹਾਡੇ ਕੋਲ ਹਿੰਮਤ ਹੀ ਨਹੀਂ ਹੈ ਵੀ ਭਾਈ ਇਹਦੀਆਂ ਝੂਠੀਆਂ ਗੱਲਾਂ ਕਰਦੇ ਕਿਉਂ, ਲੋਕਾਂ ਨੂੰ ਗੁੰਮਰਾਹ ਕਿਉਂ ਕਰਦੇ ਹੋ? ਸੋ ਇਹ ਇਸ ਕਰਕੇ ਕੋਈ ਵੱਡੀ ਆਸ਼ਾ ਨਹੀਂ ਹੈ ਇਹਨਾਂ ਦੇ ਕੋਲੋਂ ਸਾਨੂੰ ਵੀ ਇਹ ਕੋਈ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲਣ ਲੱਗਾ ਤਾਂ। ਪਰ ਚਲੋ ਜੇ ਕੁਝ ਉਹ ਕਹਿੰਦੇ ਹੁੰਦੇ ਆ ਕੁਝ ਦੇ ਦੇਣਗੇ ਤਾਂ ਜਾਂਦੇ ਚੋਰ ਦੀ ਤੜਾਗੀ ਸਹੀ, ਉਹ ਜੋ ਦੇ ਲੱਗਦਾ ਲੋਕ ਸਵੀਕਾਰ ਕਰਨਗੇ, ਕਿਉਂਕਿ ਉਹਨਾਂ ਨੇ ਪਹਿਲਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨੇ ਪਰ ਉਹ ਪੂਰੇ ਨਹੀਂ ਹੋਏ। ਹੁਣ ਲਾਸਟ ਸੈਸ਼ਨ ਆ ਜਿਹੜਾ ਚੱਲ ਰਿਹਾ, ਇਸ 'ਚ ਜੇ ਪੂਰੇ ਨਾ ਹੋਏ ਤਾਂ ਲੋਕ ਇਹਨਾਂ ਨੂੰ ਮੱਥੇ ਲਾਉਣਗੇ। ਵੇਖੋ ਇਹ ਇਲੈਕਸ਼ਨਾਂ ਦੇ ਲਾਗੇ ਜਾ ਕੇ ਮਤ ਬਣਦਾ ਹੁੰਦਾ ਹੈ ਤੇ ਲੋਕ ਆਪਣਾ ਮਤ ਬਣਾਉਣਗੇ। ਅਸੀਂ ਦੇਖੋ ਜਿਹੜੀ ਮੈਂ ਆਪਣੀ ਰਾਏ ਮੇਰੀ ਪਰਸਨਲੀ ਆ, ਮੇਰੀ ਰਾਏ ਇਹ ਰਹੀ ਹੈ ਕਿ ਜੇਕਰ ਤੁਸੀਂ ਤਕੜੇ ਹੋ, ਤੁਹਾਡੀ ਏਕਤਾ ਹੈ, ਏਕਤਾ 'ਚ ਬਲ ਹੈ, ਫਿਰ ਜਿਹੜੀ ਵੀ ਸਰਕਾਰ ਆਊ ਉਹਨੂੰ ਆਪਣੇ ਤਰੀਕੇ ਨਾਲ ਤੋਰਾਂਗੇ। ਤੇ ਕੋਈ ਐਡੀ ਗੱਲ ਨਹੀਂ ਹੈਗੀ, ਤੁਸੀਂ ਇਕੱਠੇ ਰਹੋ। ਬਾਕੀ ਸਮੇਂ ਸਿਰ ਜਦੋਂ ਲੋਕ ਰਾਏ ਬਣਦੀ ਹੁੰਦੀ ਆ, ਉਹ ਤਾਂ ਸੰਗਤ ਨੇ ਫੈਸਲਾ ਕਰਨਾ ਹੈ ਵੀ ਭਾਈ ਕਿਹਨੂੰ ਤਾਜ ਬਖਸ਼ਣਾ ਕਿਹਨੂੰ ਨਹੀਂ ਬਖਸ਼ਣਾ। ਤੇ ਉਹ ਚਾਹੇ ਕੈਪਟਨ ਹੋ ਗਿਆ ਚਾਹੇ ਕੋਈ ਹੋਰ ਹੋ ਜਾਏ, ਸਾਨੂੰ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਗੱਲ ਜ਼ਰੂਰ ਹੈ, ਮੈਂ ਇਹ ਕਹੂੰਗਾ ਵੀ ਜਿਹੜੇ ਝੂਠ ਬੋਲਦੇ ਨੇ, ਮੈਨੂੰ ਖਾਸ ਕਰ ਸਖਤ ਨਫ਼ਰਤ ਹੈ ਝੂਠ ਬੋਲਣ ਵਾਲੇ ਤੋਂ। ਤੇ ਉਹ ਝੂਠ ਨਾ ਬੋਲੋ, ਸੱਚ ਦੀ ਕਰੋ। ਸੱਚ ਤੇ ਵੀ ਰਾਜਨੀਤੀ ਕੀਤੀ ਜਾ ਸਕਦੀ ਹੈ, ਪਰ ਸੱਚ ਦੀ ਕਰੋ। ਜੇ ਸੱਚ ਦੀ ਨਹੀਂ ਕਰ ਸਕਦੇ ਫਿਰ ਤੁਹਾਨੂੰ ਰਾਜਨੀਤੀ ਰਹਿਣ ਦਾ ਕੋਈ ਹੱਕ ਨਹੀਂ, ਫਿਰ ਇੱਥੋਂ ਬਾਹਰ ਹੋ ਜਾਓ। ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇੱਦਾਂ ਹੀ ਵਾਅਦੇ ਕਰਦੀਆਂ ਨੇ ਤੇ ਮੌਕੇ ਤੇ ਪੂਰੇ ਨਹੀਂ ਕੀਤੇ ਜਾਂਦੇ? ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹਨਾਂ 'ਚੋਂ ਕੋਈ ਰਾਜਨੀਤਿਕ ਪਾਰਟੀ ਨਿਕਲੂਗੀ ਵੱਖਰੀ ਆਪਣੀ? ਵੇਖੋ ਮੈਂ ਤੇ ਪਹਿਲਾਂ ਕਿਹਾ ਕਿ ਆਪਣੀ ਇਕਜੁੱਟਤਾ ਚਾਹੀਦੀ ਹੈ, ਸਾਨੂੰ ਤਾਕਤ ਚਾਹੀਦੀ, ਸਾਨੂੰ ਕੋਈ ਪੋਲੀਟੀਕਲ ਪਾਰਟੀ ਬਣਾਉਣ ਦੀ ਲੋੜ ਨਹੀਂ ਹੈ। ਤੇ ਬਾਕੀ ਫੈਸਲਾ ਸੰਗਤ ਨੇ ਕਰਨਾ ਹੁੰਦਾ, ਜਿੱਧਰ ਨੂੰ ਸੰਗਤ ਦਾ ਰੁਖ ਹੋਵੇਗਾ। ਦੇਖੋ ਆਪਾਂ ਇਸ ਗੱਲ ਨੂੰ ਆਏ ਆ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ ਨੇ, MSP ਜਿਹੜੀ ਉੱਤੇ ਲਿਖਤ ਗਰੰਟੀ ਲੈਣੀ ਹੈ। ਇੱਥੇ ਕੋਈ ਰਾਜਨੀਤਿਕ ਮੰਸ਼ਾ ਨਹੀਂ ਹੈ ਤੇ ਇਸ ਕਰਕੇ ਆਪਾਂ ਉਹ ਗੱਲ ਨਾ ਕਰੀਏ, ਜਿਹੜੇ ਕੰਮ ਨੂੰ ਆਏ ਉਹਨੂੰ ਪੂਰਾ ਕਰੀਏ। ਮੈਂ ਤੇ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਵੀ ਅਸੀਂ ਤਾਂ ਖੇਤਾਂ 'ਚ ਉੱਠ ਕੇ ਆਏ ਆ ਆਪਣੇ ਹੱਕਾਂ ਲਈ, ਹੱਕ ਮੰਗ ਕੇ ਮੁੜ ਕੇ ਖੇਤਾਂ 'ਚ ਫਿਰ ਜੁੜ ਜਾਣਾ, ਜਾ ਕੇ ਆਪਣਾ ਕੰਮ ਕਰਨਾ। ਇਹ ਪੋਲੀਟੀਕਲ ਗੱਲਾਂ ਤੋਂ ਕੁਝ ਨਹੀਂ ਲੈਣਾ ਦੇਣਾ। ਇਹ ਜ਼ਰੂਰ ਕਵਾਂਗੇ ਵੀ ਜਿਹੜੀ ਵੀ ਪੋਲੀਟੀਕਲ ਪਾਰਟੀ ਆ, ਜੇ ਉਹ ਸੱਚ ਦੀ ਰਾਜਨੀਤੀ ਕਰੂਗੀ, ਇੱਕ ਟਾਈਮ ਸੱਚ ਤੇ ਆਉਣਾ ਪੈਣਾ। ਸੱਚੀਆਂ ਗੱਲਾਂ ਕਰੋ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ 'ਚ ਨਾ ਆਓ। ਉਹ ਚਾਹੇ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਕੋਈ ABCD ਹੋਰ, ਚਾਹੇ ਆਮ ਆਦਮੀ ਹੋਵੇ, ਚਾਹੇ ਅਕਾਲੀ ਹੁਣ ਕੋਈ ਵੀ ਹੋਵੇ, ਸੱਚ ਤੇ ਰਾਜਨੀਤੀ ਕਰੋ ਤਾਂ ਕਿ ਲੋਕ ਤੁਹਾਨੂੰ ਮੁੜ ਗੱਲ ਲਾਉਣ। ਜੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਅਸੀਂ ਮੀਟਿੰਗ ਲਈ ਤਿਆਰ ਹਾਂ, ਸਾਨੂੰ ਟਾਈਮ ਦਿੱਤਾ ਜਾਵੇ। ਕਿ ਜਥੇਬੰਦੀਆਂ ਪਹਿਲ ਕਰਨਗੀਆਂ ਜਾਂ ਸਰਕਾਰ ਨੂੰ ਪਹਿਲ ਕਰਨੀ ਪਊਗੀ? ਵੇਖੋ ਗੱਲ ਇਸ ਤਰ੍ਹਾਂ ਹੈ ਕਿ ਪਹਿਲ ਜਿਹੜੀ ਕਰਨੀ ਹੁੰਦੀ ਹੈ ਉਹ ਸਰਕਾਰ ਨੇ ਕਰਨੀ ਹੁੰਦੀ ਹੈ। ਬਿਨਾਂ ਸੱਦੇ ਤੋਂ, ਬਿਨਾਂ ਕਾਰਡ ਦਿੱਤੇ ਤੋਂ ਕੋਈ ਵਿਆਹ ਜਾਂਦਾ। ਤੇ ਹੁਣ ਅਸੀਂ ਤਾਂ ਚੱਲ ਕੇ ਦਿੱਲੀ ਦੇ ਬਾਰਡਰ ਤੇ ਆ ਕੇ ਬੈਠੇ ਆ। ਹੁਣ ਉਹਨੇ ਦਰਵਾਜ਼ੇ ਖੋਲ੍ਹਣੇ ਆ, ਉਹਨੇ ਆਵਾਜ਼ ਮਾਰਨੀ ਆ ਵੀ ਆ ਜਾਓ ਭਾਈ। ਅਸੀਂ ਧੱਕੇ ਨਾਲ ਕਿਸੇ ਦੇ ਘਰ ਜਾ ਵੜੀਏ, ਭਾਵੇਂ ਬੇਸ਼ੱਕ ਸਾਡੀ ਚੁਣੀ ਹੋਈ ਸਰਕਾਰ ਹੈ, ਦਿੱਲੀ ਸਾਡੀ ਹੈ, ਪਰ ਸਰਕਾਰ ਤਾਂ ਸੱਤਾਧਾਰੀ ਪਾਰਟੀ ਤੇ ਉਹ ਬੈਠੀ ਹੈ ਨਾ। ਉਹ ਜਿਹੜੇ ਨਰਿੰਦਰ ਮੋਦੀ ਆ, BJP ਬੈਠੀ ਹੈ ਨਾ। ਫਿਰ ਨਰਿੰਦਰ ਮੋਦੀ ਦਾ ਫਰਜ਼ ਬਣਦਾ ਹੈ ਕਿ ਉਹ ਆਵਾਜ਼ ਦੇਵੇ, ਸੱਦਾ ਦੇਵੇ। ਅਸੀਂ ਜਾਵਾਂਗੇ, ਸੱਦਾ ਉਹਨੇ ਦੇਣਾ। ਉਹ ਐ ਨਹੀਂ ਵੀ ਇੱਕ ਕਾਲ ਦੀ ਦੂਰੀ ਤੇ ਇਹਦਾ ਕਾਲ ਕਰ ਦੇਵੇ। ਫਿਰ ਜੇ ਉਹ ਕਾਲ ਦੀ ਦੂਰੀ ਤੇ ਹੈ ਤੇ ਇੱਕ ਫੋਨ ਕਰਨਾ ਔਖਾ ਹੈ। ਉਹਨੂੰ ਤਾਂ ਆਪ ਵੀ ਨਹੀਂ ਲਾਉਣਾ ਹੁੰਦਾ, ਉਹਦੇ ਨਾਲ ਬੰਦੇ ਰੱਖੇ ਹੁੰਦੇ ਆ ਕਰਮੀ, ਉਹਨੇ ਫੋਨ ਲਾਉਣਾ, ਲਾ ਕੇ ਦੇਵੇ। ਕਰੇ ਸਾਡੇ ਕਿਸੇ ਆਗੂ ਨੂੰ ਫੋਨ ਪਿਆ ਜਾਓ ਭਾਈ, ਚੱਲ ਜਾਂਗੇ। ਉੱਥੇ ਕਿਸ ਤਰ੍ਹਾਂ ਜੇ ਉਹ ਫਿਰ ਕਹਿੰਦੇ ਨੇ ਬਈ ਅਸੀਂ ਸੋਧ ਕਰ ਦਿੰਦੇ ਆ ਜਾਂ 2 ਸਾਲ ਲਈ ਇਹਨਾਂ ਤੇ ਰੋਕ ਲਗਾ ਦਿੰਦੇ ਆ, ਉਹ ਫੈਸਲੇ ਤੇ ਗੱਲਬਾਤ ਹੋਊਗੀ ਜਾਂ ਰੱਦ ਕਰਾਉਣ ਤੇ ਗੱਲ ਹੋਊਗੀ? ਨਹੀਂ ਅਸੀਂ ਦੇਖੋ ਇਹ ਤਾਂ ਗੱਲ ਕਲੀਅਰ ਕੱਟ ਕਰ ਚੁੱਕੇ ਹਾਂ ਵੀ ਨਾ ਕੋਈ ਸੋਧਾਂ ਵਾਲੀ ਗੱਲ, ਨਾ ਕੋਈ ਸਸਪੈਂਡ ਵਾਲੀ ਗੱਲ ਹੈਗੀ ਆ ਰੱਦ ਵਾਲੀ ਗੱਲ। ਤੇ ਅਗਰ ਉਹ ਚਾਹੁੰਦੇ ਨੇ ਸਾਨੂੰ ਕਾਲ ਕਰਨ, ਹੁਣ ਉੱਤੇ ਪੇਚ ਕਾਹਦੇ ਫਸਿਆ? ਇਹ ਸੀਗਾ ਵੀ ਉਹਨਾਂ ਨੇ ਕਿਹਾ ਸੀ, ਨਰਿੰਦਰ ਤੋਮਰ ਨੇ, ਭਈ ਜੇਕਰ ਤੁਸੀਂ 2 ਸਾਲ ਵਾਲੀ ਪ੍ਰਪੋਜ਼ਲ ਮੰਨਣੀ ਹੈ ਸਸਪੈਂਡ ਵਾਲੀ ਤੇ ਤੁਸੀਂ ਆ ਜਿਓ, ਸਾਨੂੰ ਦੱਸ ਦਿਓ ਕਾਲ ਕਰਕੇ ਤੇ ਅਸੀਂ ਬਹਿ ਲਾਂਗੇ। ਜੇ ਨਹੀਂ ਤਾਂ ਫਿਰ ਤੁਸੀਂ ਆਪਣੇ ਘਰ, ਅਸੀਂ ਆਪਣੇ ਘਰ। ਹੁਣ ਬੈਠੇ ਅਸੀਂ ਆਪਣੇ ਘਰ, ਤਾਂ ਅਸੀਂ ਘਰ ਬਣਾਉਣੇ ਸ਼ੁਰੂ ਕਰਤੇ ਇੱਥੇ। ਸਰਕਾਰ ਸੋਚ ਰਹੀ ਆ ਕਿ ਗਰਮੀ ਦਾ ਮੌਸਮ ਆ ਗਿਆ, ਟਰਾਲੀਆਂ 'ਚ ਟੈਂਟ ਨੇ ਜਿਹੜੇ ਤਪਣੇ ਨੇ, ਬੈਠਣਾ ਔਖਾ ਹੋ ਜਾਣਾ, ਲੋਹਾ ਵੀ ਗਰਮ ਹੋਣਾ, ਧੁੱਪ ਪੈਣੀ ਆ। ਆਪਣੇ ਪੰਜਾਬ ਨਾਲੋਂ ਗਰਮੀ ਵੀ ਜ਼ਿਆਦਾ ਹੈ ਇੱਥੇ, ਹਾਲੇ ਆਪਣੇ ਮੌਸਮ ਠੀਕ ਹੈ, ਇੱਥੇ ਗਰਮੀ ਦਾ ਜਿਹੜਾ ਅਹਿਸਾਸ ਆ ਉਹ ਹੋਣ ਲੱਗ ਗਿਆ ਹੈ। ਕੀ ਲੱਗਦਾ ਹੈ ਕਿਸਾਨ ਕਿਵੇਂ ਟਾਈਮ ਕੱਟਣਗੇ ਉਰੇ, ਤੇ ਕਿਸਾਨ ਜਥੇਬੰਦੀਆਂ ਕੀ ਉਪਰਾਲੇ ਕਰ ਰਹੀਆਂ ਨੇ ਕਿਸਾਨਾਂ ਲਈ? ਦੇਖੋ ਇਹ ਲੋਕ ਆਏ ਨੇ ਨਾ, ਅਣਖੀ ਲੋਕ ਨੇ। ਇਹ ਤੁਸੀਂ ਵੇਖਿਆ ਹੋਊਗਾ ਕਿ ਆਪਣੀ ਬੇਟੀ ਦਾ ਵਿਆਹ ਕਰਨਾ ਹੋਵੇ
ਤਾਂ ਆਪਣਾ ਜ਼ਮੀਨ ਵੀ ਵੇਚ ਦਿੰਦੇ ਨੇ, ਕਰਜ਼ਾ ਚੁੱਕ ਲੈਂਦੇ ਨੇ, ਆਪਣੀ ਅਣਖ ਨੂੰ ਥੱਲੇ ਨਹੀਂ ਜਾਣ ਦਿੰਦੇ। ਤੇ ਇਹ ਅਣਖੀ ਲੋਕ ਐ ਨਹੀਂ ਮੁੜਨਗੇ, ਇਹ ਭੁਲੇਖਾ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਟਰੱਕ ਆਉਣਾ ਗਾਡਰ ਬਾਲੇ ਦਰਵਾਜ਼ੇ ਲੈ ਕੇ, ਉਹ ਕਹਿੰਦੇ ਇੱਟਾਂ ਸਟਾ ਕੇ ਇੱਥੇ ਅਸੀਂ ਹਾਲ ਬਣਾ ਦੇਣਾ 30x45 ਦਾ। ਸਾਡਾ ਇੱਕ ਸਰਕਲ ਹੈ, ਉਹ ਸਾਡੇ ਸਰਕਲ ਵਾਲੇ ਕਹਿੰਦੇ ਅਸੀਂ ਆਪ ਬਣਾ ਲੈਣਾ ਸੜਕ ਤੇ ਹੀ ਜੀ, ਪੂਰੀ ਕੰਸਟਰਕਸ਼ਨ ਕਰ ਦੇਣੀ ਆ, ਮਕਾਨ ਬਣਾ ਦੇਣਾ ਪੂਰਾ, ਗਾਡਰ ਵਾਲੇ ਪਾ ਕੇ ਤਾਂ ਵਿੱਚ ਲਾ ਦੇਣੇ ਏਸੀ, ਤਾਂ ਵਿੱਚ ਰੱਖ ਦੇਣੇ ਮੰਜੇ, ਉਹਦੇ ਵਿੱਚ ਸੌਣਗੇ। ਇਦਾਂ ਦੇ ਕਈ ਬਣਨੇ ਨੇ। ਉਹ ਹਰਿਆਣੇ ਵਾਲੇ ਵੀਰਾਂ ਨੇ ਬੜਾ ਅੱਛਾ ਮੈਂ ਪਿੱਛੇ ਦੇਖਿਆ ਕਿ ਉਹਨੇ ਸਲਵਾਰ ਸਟਾਈਲ ਆ, ਉਹ ਥੱਲੇ ਕੱਪੜਾ ਲਾ ਕੇ ਉੱਪਰ ਸਲਵਾਰ ਦੀਆਂ ਛੰਨਾਂ ਪਾ ਰਹੇ ਨੇ। ਜਿਹੜੀ ਸਲਵਾਰ ਦੀ ਛੰਨ ਹੈ ਇਹ ਠੰਡੀ ਰਹਿੰਦੀ ਹੈ, ਇਹਨੂੰ ਲੋੜ ਹੀ ਨਹੀਂ ਕਹਿਣ ਦਾ। ਸਾਡਾ ਪਿਛੋਕੜ ਹੈ, ਸਾਡੀ ਇਹ ਵਿਰਾਸਤ ਹੈ ਭਈ ਅਸੀਂ ਅੱਗੇ ਛੰਨਾਂ 'ਚ ਰਹਿੰਦੇ ਸੀ। ਅੱਗੇ ਕਿੱਥੇ ਪੱਖੇ ਹੁੰਦੇ ਸੀ, ਕਿੱਥੇ ਏਸੀ ਹੁੰਦੇ ਸੀ। ਉਹ ਧੁੱਪ ਨੂੰ ਉਹ ਕਾਬੂ ਕਰ ਲੈਂਦੇ ਆ ਤੇ ਠੰਡੀ ਰਹਿੰਦੀ ਹੈ, ਤੇ ਇਦਾਂ ਦੀਆਂ ਛੰਨਾਂ ਬਣਨੀਆਂ ਸ਼ੁਰੂ ਹੋ ਗਈਆਂ। ਸੋ ਇਸ ਕਰਕੇ ਇਹ ਲੋਕਾਂ ਨੇ ਜਾਣਾ ਨਹੀਂ ਹੈ, ਮਰਤੇ ਜਾਣਗੇ ਇਹ ਲੋਕ। ਇਹ ਜਿਹੜਾ ਕਿਸਾਨ ਇਕੱਲਾ ਪੰਜਾਬ ਦਾ ਹੀ ਨਹੀਂ, ਕਿਸਾਨ ਉਹ ਕੌਮ ਹੈ ਜਿਹੜਾ ਮਰਤੇ ਜਾਣਗੇ, ਪਰ ਇਹ ਹਟ ਛੱਡ ਕੇ ਪਿੱਛੇ ਨਹੀਂ ਜਾਣਗੇ। ਤੋ ਇਸ ਕਰਕੇ ਇਹ ਸਰਕਾਰ ਨੂੰ ਭੁਲੇਖਾ, ਇਹ ਮੁੜਨ ਵਾਲੇ ਨਹੀਂ ਹੈਗੇ, ਇਹ ਜਿੱਤ ਕੇ ਮੁੜਨਗੇ, ਉੱਦਾਂ ਨਹੀਂ ਮੁੜਦੇ। ਜੀ ਜੀ, ਧੰਨਵਾਦ ਜੀ। ਹਾਂਜੀ, ਇਹ ਸਨ ਮਨਜੀਤ ਸਿੰਘ ਰਾਏ, ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਜਿਹੜੇ ਜਿੱਤ ਕੇ ਜਾਣਗੇ। ਗਰਮੀ ਦਾ ਮੌਸਮ ਆ ਰਿਹਾ ਹੈ, ਟਰੱਕ ਭਰ ਕੇ ਇੱਟਾਂ ਬਾਲੇ ਗਾਡਰਾਂ ਦੇ ਆਉਣ ਲੱਗ ਗਏ ਨੇ, ਤੇ ਇੱਥੇ ਸੈੱਡ ਪਾਏ ਜਾਣਗੇ, ਪੱਕੇ ਮਕਾਨ ਪਾਏ ਜਾਣਗੇ, ਸੜਕ ਤੇ ਹੀ ਏਸੀ ਲਾਏ ਜਾਣਗੇ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋਣਗੇ ਕਿਸਾਨ ਵਾਪਸ ਨਹੀਂ ਜਾਣਗੇ। ਇਹ ਕਾਲੇ ਕਾਨੂੰਨ ਨੇ ਜਿਹੜੇ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ।